हाँ जी 10th क्लास ਅਸੀਂ ਕੱਲ੍ਹ ਆਪਣਾ ਲੈਸਨ ਪੜ੍ਹ ਰਹੇ ਸੀ ਫੁੱਟਪ੍ਰਿੰਟ ਵਿਦਆਊਟ ਫੀਟ। ਤਾਂ ਆਪਾਂ ਲੈਸਨ ਪੜ੍ਹਿਆ ਸੀ ਕਿ ਇੱਕ ਸ਼ੌਪ ਦੇ ਵਿੱਚ ਚਲਾ ਜਾਂਦਾ, ਇੱਥੇ ਸੌਂ ਜਾਂਦਾ ਹੈ ਨਾ। ਤਾਂ ਉਸ ਤੋਂ ਬਾਅਦ ਜਿਹੜੇ ਉਹ ਸ਼ੌਪਕੀਪਰ ਹੁੰਦੇ ਆ ਉਹ ਸ਼ੌਪ 'ਤੇ ਆ ਜਾਂਦੇ ਆ। ਵੈਨ ਹੀ ਸਾ ਅ ਕਪਲ ਆਫ ਦੈਮ ਅਪਰੋਚਿੰਗ, ਜਦੋਂ ਦੇਖਦਾ ਹੈ ਕਿ ਉਹਨੂੰ ਫੜਨ ਲਈ ਆ ਗਏ ਹੈ, ਹੀ ਪੈਨਿਕਡ ਐਂਡ ਬਿਗਨ ਟੂ ਰਨ, ਉਹ ਪੈਨਿਕ ਹੋ ਜਾਂਦਾ, ਘਬਰਾ ਜਾਂਦਾ ਅਤੇ ਭੱਜਣਾ ਸਟਾਰਟ ਕਰ ਦਿੰਦਾ। ਦੇ ਨੈਚੁਰਲੀ ਗਿਵ ਚੇਜ਼, ਉਹਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਦੇ ਆ। ਇਨ ਦਾ ਐਂਡ ਹੀ ਵਾਜ਼ ਏਬਲ ਟੂ ਸਕੇਪ ਓਨਲੀ ਬਾਈ ਕੁਇਕਿੰਗ ਟੇਕਿੰਗ ਆਫ ਹਿਜ਼ ਨਿਊਲੀ ਫਾਊਂਡ ਕਲੋਥਸ, ਅਤੇ ਅੰਤ ਦੇ ਵਿੱਚ ਉਹ ਕਿਵੇਂ ਬਚਦਾ ਉਹਨਾਂ ਤੋਂ, ਜਿਹੜੇ ਉਹਨੇ ਕੱਪੜੇ ਪਹਿਨ ਰੱਖੇ ਹੁੰਦੇ ਉਹਨਾਂ ਨੂੰ ਉਤਾਰਨੇ ਸਟਾਰਟ ਕਰ ਦਿੰਦੇ ਅਤੇ ਉਹਨਾਂ ਤੋਂ ਬਚ ਜਾਂਦਾ। ਸੋ ਵੰਸ ਮੋਰ ਹੀ ਫਾਊਂਡ ਹਿਮਸੈਲਫ ਇਨਵਿਜ਼ੀਬਲ ਬਟ ਨੇਕਡ ਇਨ ਦਾ ਚਿਲ ਜਨਵਰੀ ਏਅਰ, ਅਤੇ ਅੰਤ ਦੇ ਵਿੱਚ ਆਪਣੇ ਆਪ ਨੂੰ ਬਚਾਉਣ 'ਚ ਕਾਮਯਾਬ ਤਾਂ ਹੋ ਜਾਂਦਾ, ਬਟ ਉਹ ਫਿਰ ਉਸ ਗਰਮੀ ਦੇ ਵਿੱਚ ਜਿਹੜੀ ਉਹ ਠੰਡ ਹੁੰਦੀ ਹੈ ਉਹਦੇ ਵਿੱਚ ਠਰਦਾ। This time he decided to try the shock of a theatrical company in the hope of finding not only clothes but also something that would hide the empty space above his shoulders। ਤਾਂ ਇਸ ਵਾਰ ਉਹ ਕੀ ਹੈ, ਕਿਸੇ ਥੀਏਟਰੀਕਲ ਕੰਪਨੀ 'ਚ ਜਾਣ ਬਾਰੇ ਸੋਚਦਾ ਹੈ ਜਿਹੜਾ ਕਿ ਸਿਰਫ ਉਹਨੂੰ ਕੱਪੜੇ ਨਾ ਦੇਵੇ, ਉਹਦਾ ਫੇਸ ਵੀ ਲੁਕਾਉਣ ਦੇ ਵਿੱਚ ਉਸਨੂੰ ਕਾਮਯਾਬ ਕਰਦੇ। Shivering with cold he hurried to Drury Lane and the center of the theatre world। ਤਾਂ ਕੰਬਦੇ ਹੋਏ, ਠੰਡ ਦੇ ਨਾਲ ਕੰਬਦੇ ਹੋਏ ਇੱਕ ਡਿਊਰੀ ਲੇਨ ਸੈਂਟਰ ਆਫ ਥੀਏਟਰ ਵਰਲਡ ਦੇ ਵਿੱਚ ਚਲਾ ਜਾਂਦਾ, ਇੱਕ ਸ਼ੌਪ ਦੇ ਵਿੱਚ। ਹੀ ਸੋਨ ਫਾਊਂਡ ਸੂਟੇਬਲ ਸ਼ੌਪ, ਉਹਨੂੰ ਇੱਕ ਵਧੀਆ ਦੁਕਾਨ ਮਿਲ ਜਾਂਦੀ। ਹੀ ਮੇਡ ਹਿਜ਼ ਵੇ ਇਨਵਿਜ਼ੀਬਲ ਅਪ ਸਟੇਅਰਿੰਗ ਐਂਡ ਕੇਮ ਆਊਟ ਅ ਲਿਟਲ ਲੇਟਰ ਵੀਅਰਿੰਗ ਬੈਂਡੇਜ ਅਰਾਊਂਡ ਹਿਜ਼ ਫੋਰਹੈਡ। ਤਾਂ ਥੋੜ੍ਹੇ ਟਾਈਮ ਬਾਅਦ ਉਹ ਕੀ ਕਰਦਾ, ਇਨਵਿਜ਼ੀਬਲ ਹੋ ਜਾਂਦਾ। ਕੀ ਉਹਨੇ ਪਾਇਆ ਹੁੰਦਾ, ਉਹਨੇ ਬੈਂਡੇਜ ਆਪਦੇ ਫੋਰਹੈਡ ਦੇ ਦੁਆਲੇ ਵਲਿਆ ਹੁੰਦਾ, ਮਤਲਬ ਪੱਟੀਆਂ ਵਲੀਆਂ ਹੁੰਦੀਆਂ, ਅਤੇ ਗਲਾਸਿਸ ਲਗਾ ਲੈਂਦਾ, ਐਨਕ ਲਗਾ ਲੈਂਦਾ, ਨਕਲੀ ਨੱਕ ਲਗਾ ਲੈਂਦਾ, ਬਿਗ ਬੁਸ਼ੀ ਸਾਈਡ ਵਿਸਕਰਸ, ਵੱਡੀਆਂ ਵੱਡੀਆਂ ਦਾੜੀ ਮੁੱਛਾਂ ਲਗਾ ਲੈਂਦਾ, ਲਾਰਜ ਹੈਟ ਪਹਿਨ ਲੈਂਦਾ। ਟੂ escape without being seen, ਬਿਨਾਂ ਦਿਖੇ ਬਿਨਾਂ ਲੁਕ ਜਾਂਦਾ। ਹੀ ਕਲਾਊਜ਼ਲੀ ਅਟੈਕ ਦਾ ਸ਼ੌਪਕੀਪਰ ਫਰੋਮ ਬਿਹਾਈਂਡ ਆਫਟਰ ਵਿਚ ਹੀ ਰੋਬਡ ਹਿਮ ਆਫ ਆਲ ਦਾ ਮਨੀ ਹੀ ਕੁਡ ਫਾਈਂਡ। ਤਾਂ ਫਿਰ ਉਹ ਸ਼ੌਪਕੀਪਰ 'ਤੇ ਪਿੱਛੋਂ ਦੀ ਅਟੈਕ ਕਰਦਾ ਅਤੇ ਉਹਦੇ ਸਾਰੇ ਪੈਸੇ ਲੁੱਟ ਲੈਂਦਾ। Eager to get away from crowded London, he took a train to the village of Iping, where he booked 2 rooms at the local inn। ਤਾਂ ਉਸ ਤੋਂ ਬਾਅਦ ਈਗਰ ਤੋਂ ਕੀ ਕਰਦਾ, ਇੱਕ ਟ੍ਰੇਨ ਲੈ ਲੈਂਦਾ ਲੰਡਨ ਨੂੰ ਜਿਹੜੀ ਕਿ ਵਿਲੇਜ ਆਈਪਿੰਗ ਦੇ ਵਿੱਚ ਜਾਂਦੀ ਹੁੰਦੀ ਹੈ। ਵਿਲੇਜ ਆਈਪਿੰਗ ਦੇ ਵਿੱਚ ਜਾ ਕੇ ਉੱਥੇ ਉਹ ਕਿਸੇ ਹੋਟਲ ਦੇ ਵਿੱਚ 2 ਰੂਮਸ ਲੈ ਲੈਂਦਾ। The arrival of a stranger at an inn in a winter was in any case an unusual event। ਤਾਂ ਕਿਸੇ ਵੀ ਸਟ੍ਰੇਂਜਰ ਅਣਜਾਣ ਪਰਸਨ ਦਾ ਉਸ ਹੋਟਲ ਦੇ ਵਿੱਚ ਜਾਣਾ ਇੱਕ ਬਹੁਤ ਹੀ ਅਨਯੂਜ਼ੂਅਲ ਈਵੈਂਟ ਸੀ, ਕਿਉਂਕਿ ਠੰਡ ਦੇ ਦਿਨਾਂ ਵਿੱਚ ਉੱਥੇ ਕੋਈ ਨਹੀਂ ਜਾਂਦਾ ਸੀ। A stranger of such uncommon appearance set all tongue wagging। ਕਿਸੇ ਸਟ੍ਰੇਂਜਰ ਨੂੰ ਦੇਖ ਕੇ ਇਸ ਅਨਕੋਮਨ ਅਪੀਅਰੈਂਸ ਦੇ ਵਿੱਚ, ਇਹੋ ਜਿਹੀ ਦਿੱਖ ਦੇ ਵਿੱਚ, ਤਾਂ ਟੰਗ ਵੇਗਿੰਗ ਕੀ ਹੁੰਦਾ, ਉਹ ਗੱਲਾਂ ਕਰਨ ਲੱਗਦੇ ਆ। ਮਿਸਿਜ਼ ਹੌਲ ਦਾ ਲੈਂਡਲੋਰਡਜ਼ ਵਾਈਫ, ਮਿਸਿਜ਼ ਹੌਲ ਕੌਣ ਹੁੰਦੀ ਹੈ, ਉਸ ਮਾਲਕ ਜਿਹੜਾ ਹੁੰਦਾ ਹੋਟਲ ਦਾ, ਉਹਦੀ ਵਾਈਫ ਹੁੰਦੀ ਹੈ। ਮੇਡ ਐਵਰੀ ਐਫਰਟ ਟੂ ਬੀ ਫਰੈਂਡਲੀ, ਉਹ ਹਰੇਕ ਐਫਰਟ ਕਰਦੀ ਹੈ ਉਹਦੇ ਨਾਲ ਫਰੈਂਡ ਬਣਨ ਦੀ। ਬਟ ਗਿਫਨ ਹੈਡ ਨੋਟ ਡਿਜ਼ਾਇਰ ਟੂ ਟਾਕ, ਪਰ ਗਿਫਨ ਦੀ ਕੋਈ ਇੱਛਾ ਨਹੀਂ ਹੁੰਦੀ ਉਹਦੇ ਨਾਲ ਗੱਲ ਕਰਨ ਦੀ। ਐਂਡ ਟਾਕ ਹਰ ਮਾਈ ਰੀਜ਼ਨ ਫॉर ਕਮਿੰਗ ਟੂ ਆਈਪਿੰਗ ਇਜ਼ ਅ ਡਿਜ਼ਾਇਰ ਫॉर ਸੋਲੀਟਿਊਡ, ਅਤੇ ਮੇਰਾ ਇੱਥੇ ਆਉਣ ਦਾ ਸਿਰਫ ਇਹੀ ਕਾਰਨ ਹੈ ਕਿ ਮੈਂ ਇਕੱਲਾ ਰਹਿਣਾ ਚਾਹੁੰਦਾ, ਇਕਾਂਤ ਚਾਹੁੰਦਾ। ਆਈ ਡੂ ਨੋਟ ਵਿਸ਼ ਟੂ ਬੀ ਡਿਸਟਰਬਡ ਇਨ ਮਾਈ ਵਰਕ, ਮੈਂ ਆਪਣੇ ਕੰਮ ਦੇ ਵਿੱਚ ਡਿਸਟਰਬੈਂਸ ਨਹੀਂ ਚਾਹੁੰਦਾ। ਬਿਸਾਈਡਸ ਐਨ ਐਕਸੀਡੈਂਟ ਹੈਜ਼ ਅਫੈਕਟਡ ਮਾਈ ਫੇਸ, ਅਤੇ ਕਿਸੇ ਐਕਸੀਡੈਂਟ ਦੇ ਕਾਰਨ ਮੇਰਾ ਫੇਸ ਇਸ ਤਰ੍ਹਾਂ ਦਾ ਹੋ ਗਿਆ। ਠੀਕ ਹੈ। ਸੈਟਿਸਫਾਈਡ ਦੈਟ ਹਰ ਗੈਸਟ ਵਾਜ਼ ਐਨ ਇਕਸੈਂਟਰਿਕ ਏ ਸਾਇੰਟਿਸਟ, ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਉਹਨਾਂ ਜਿਹੜਾ ਗੈਸਟ ਹੈਗਾ ਉਹ ਇਕਸੈਂਟਰਿਕ ਮਤਲਬ ਕੀ ਹੈ, ਇੱਕ ਸੰਕੀ ਟਾਈਪ ਦਾ, ਇੱਕ ਪਾਗਲ ਹੈ। ਐਂਡ ਇਨ ਦਾ ਵਿਊ ਆਫ ਦਾ ਫੈਕਟ ਦੈਟ ਹੀ ਹੈਡ ਪੇਡ ਹਰ ਇਨ ਐਡਵਾਂਸ, ਤਾਂ ਉਹਨਾਂ ਨੂੰ ਬਸ ਇਸ ਚੀਜ਼ ਨਾਲ ਮਤਲਬ ਹੁੰਦਾ ਕਿ ਉਹਨਾਂ ਨੇ ਐਡਵਾਂਸ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਚੁੱਕਿਆ ਉਹ। ਮਿਸਿਜ਼ ਹੌਲ ਵਾਜ਼ prepared to excuse his strange habits and irritable temper। ਤਾਂ ਮਿਸਿਜ਼ ਹੌਲ ਹੈ ਜਿਹੜੀ, ਉਹਨੂੰ ਉਹਦੇ ਜਿਹੜਾ ਸਟਰੇਂਜ ਹੈਬਿਟ ਹੁੰਦੇ ਆ ਜਾਂ ਉਹਦਾ ਗੁੱਸੇ ਚੜ੍ਹਨ ਵਾਲਾ ਟੈਂਪਰ ਹੁੰਦਾ, ਉਹ ਤੋਂ ਉਹਨੂੰ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਪਹਿਲਾਂ ਤੋਂ ਹੀ ਮਨੀ ਪੇ ਕਰ ਚੁੱਕਿਆ ਹੁੰਦਾ। ਬਟ ਦਾ ਸਟੋਲਨ ਮਨੀ ਡਿਡ ਨੋਟ ਲਾਸਟ ਲੌਂਗ, ਅਤੇ ਜਿਹੜੀ ਉਹਨੇ ਲੁੱਟਿਆ ਹੋਇਆ ਮਾਲ ਹੁੰਦਾ ਬਹੁਤ ਟਾਈਮ ਤੱਕ ਨਹੀਂ ਰਹਿੰਦਾ। ਐਂਡ ਪ੍ਰੈਜੈਂਟਲੀ ਗਿਫਨ ਹੈਡ ਟੂ ਐਡਮਿਟ ਦੈਟ ਹੀ ਹੈਡ ਨੋ ਮੋਰ ਰੈਡੀ ਕੈਸ਼, ਤਾਂ ਉਹਨੂੰ ਇਹ ਮੰਨਣਾ ਪੈਂਦਾ ਕਿ ਉਹਦੇ ਕੋਲ ਹੋਰ ਕੈਸ਼ ਹੈ ਨਹੀਂ ਹੈਗਾ। ਹੀ ਪ੍ਰਟੈਂਡਡ ਹਾਊਐਵਰ ਹੀ ਵਾਜ਼ ਐਕਸਪੈਕਟਿੰਗ ਟੂ ਚੈੱਕ ਟੂ ਅਰਾਈਵ ਐਟ ਐਨੀ ਮੂਮੈਂਟ, ਤਾਂ ਇਹ ਕਹਿ ਦਿੰਦਾ ਕਿ ਜਦੋਂ ਵੀ ਉਹਦੇ ਕੋਲ ਚੈੱਕ ਆਵੇਗਾ ਤਾਂ ਉਹਨਾਂ ਨੂੰ ਪੈਸੇ ਦੇ ਦੂਗਾ ਉਹ। ਠੀਕ ਹੈ।
ਸ਼ੋਰਟਲੀ ਆਫਟਰਵਰਡਸ ਕਿਊਰੀਅਸ ਐਪੀਸੋਡ ਅਕਰਡ। ਥੋੜ੍ਹੇ ਜਿਹੇ ਟਾਈਮ ਬਾਅਦ ਕੀ ਹੁੰਦਾ, ਇੱਕ ਕਿਊਰੀਅਸ ਐਪੀਸੋਡ ਮਤਲਬ ਇੱਕ ਹੋਰ ਘਟਨਾ ਘਟਦੀ ਹੈ। ਵੈਰੀ ਅਰਲੀ ਇਨ ਦਾ ਮੋਰਨਿੰਗ ਅ ਕਲਰਜੀਮੈਨ ਐਂਡ ਹਿਜ਼ ਵਾਈਫ ਵਰ ਅਵੇਕਨਡ ਬਾਈ ਨੋਇਜ਼ਸ ਇਨ ਦਾ ਸਟੱਡੀ। ਤਾਂ ਇੱਕ ਕਲਰਜੀਮੈਨ ਹੁੰਦਾ, ਪਾਦਰੀ ਜਿਵੇਂ ਆਪਾਂ ਕਹਿੰਦੇ ਪ੍ਰੀਸਟ, ਉਹ ਅਤੇ ਉਹਦੀ ਵਾਈਫ ਕਿਸੇ ਨੋਇਜ਼ ਆਵਾਜ਼ ਦੇ ਆਉਣ ਕਾਰਨ ਉੱਠ ਜਾਂਦੇ ਆ। ਉਹ ਸਟੱਡੀ ਰੂਮ ਦੇ ਵਿੱਚ ਆਵਾਜ਼ ਆ ਗਈ ਹੁੰਦੀ ਹੈ। ਕ੍ਰੀਪਿੰਗ ਡਾਊਨ ਸਟੇਅਰਸ ਦੇ ਹੇਅਰਡ ਦਾ ਚਿੰਕ ਆਫ ਮਨੀ ਬੀਂਗ ਟੇਕਨ ਫਰੋਮ ਦਾ ਕਲਰਜੀਮੈਨਜ਼ ਡੈਸਕ। ਤਾਂ ਉਹ ਪੌੜੀਆਂ ਦੇ ਨੀਚੇ ਉਤਰਦੇ ਹੋਏ ਉਹਨਾਂ ਨੂੰ ਆਵਾਜ਼ ਆਉਂਦੀ ਜਦੋਂ ਉਹ ਦੇਖਦੇ ਨੇ ਕਿ ਉਹਨਾਂ ਦਾ ਜਿਹੜਾ ਕਲਰਜੀਮੈਨ ਦਾ ਡੈਸਕ ਹੁੰਦਾ ਉਹਦੇ ਵਿੱਚੋਂ ਮਨੀ ਚੱਕੀ ਜਾ ਚੁੱਕੀ ਹੁੰਦੀ ਹੈ। ਵਿਦਾਊਟ ਮੇਕਿੰਗ ਐਨੀ ਨੋਇਸ ਐਂਡ ਵਿਦ ਅ ਪੋਕਰ ਗੈਸਪਡ ਫਰਮਲੀ ਇਨ ਹਿਜ਼ ਹੈਂਡ ਦਾ ਕਲਰਜੀਮੈਨ ਫਲੰਗ ਓਪਨ ਦਾ ਡੋਰ ਸਰੈਂਡਰ। ਤਾਂ ਬਿਨਾਂ ਕਿਸੇ ਆਵਾਜ਼ ਕੀਤੇ ਜਿਹੜਾ ਉਹ ਕਲਰਜੀਮੈਨ ਹੁੰਦਾ ਉਹਦੇ ਹੱਥ 'ਚ ਇੱਕ ਸੋਟੀ ਹੁੰਦੀ ਹੈ, ਤਾਂ ਉਹ ਅਚਾਨਕ ਉਹ ਦਰਵਾਜ਼ਾ ਖੋਲ੍ਹਦੇ ਅਤੇ ਕਹਿੰਦੇ ਸਰੈਂਡਰ, ਤੁਸੀਂ ਪਕੜੇ ਗਏ। Then to his amazement he realized that the room appeared to be empty। ਤਾਂ ਜਿਵੇਂ ਉਹ ਦੇਖਦੇ ਨੇ ਤਾਂ ਅਚਾਨਕ ਜਿਹੜਾ ਰੂਮ ਹੁੰਦਾ ਉਹ ਖਾਲੀ ਹੁੰਦਾ। he and his wife looked under the desk। ਉਹ ਅਤੇ ਉਸਦੀ ਪਤਨੀ ਡੈਸਕ ਦੇ ਅੰਦਰ ਦੇਖਦੇ ਹੈ। ਐਂਡ ਬਿਹਾਈਂਡ ਦਾ ਕਰਟਨ ਦੇ ਪਿੱਛੇ ਦੇਖਦੇ, ਚਿਮਨੀਆਂ ਦੇ ਉੱਪਰ ਦੇਖਦੇ। there was not a sign of anybody। ਇੱਥੇ ਕਿਸੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ। yet the desk had been opened and the housekeeping money was missing। ਜਿਵੇਂ ਹੀ ਉਹ ਡੈਸਕ ਖੋਲ੍ਹਦੇ ਆ ਤਾਂ ਮਨੀ ਜਿਹੜੀ ਉਹਦੇ ਵਿੱਚ ਨਹੀਂ ਹੁੰਦੀ। ਐਕਸਟਰਾ ਆਰਡੀਨਰੀ ਅਫੇਅਰ ਦਾ ਕਲਰਜੀਮੈਨ ਕੈਪਟ ਸੇਇੰਗ ਦਾ ਰੈਸਟ ਆਫ ਦਾ ਡੇ। ਤਾਂ ਉਹ ਕਹਿੰਦੇ ਕਿ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਅਫੇਅਰ, ਬਹੁਤ ਵੱਡੀ ਘਟਨਾ ਘਟੀ ਹੈ, ਸਾਰਾ ਦਿਨ ਇਹੀ ਕਹਿੰਦਾ ਹੁੰਦਾ। ਬਟ ਇਟ ਵਾਜ਼ ਨੋਟ ਐਜ਼ ਐਕਸਟਰਾ ਆਰਡੀਨਰੀ ਐਜ਼ ਦਾ ਬਿਹੇਵੀਅਰ ਆਫ ਮਿਸਿਸ ਹਾਲਜ਼ ਫਰਨੀਚਰ ਅ ਲਿਟਲ ਲੇਟਰ ਦੈਟ ਮੋਰਨਿੰਗ। ਪਰ ਇਹ ਘਟਨਾ ਉਸ ਤੋਂ ਵੀ ਜ਼ਿਆਦਾ ਵੱਡੀ ਨਹੀਂ, ਉਹ ਤੋਂ ਜ਼ਿਆਦਾ ਵੱਡੀ ਘਟਨਾ ਹੁੰਦੀ ਜਿਹੜੀ ਕਿ ਮਿਸਿਸ ਹਾਲ ਨਾਲ ਘਟੀ ਸੀ ਉਸੇ ਸਵੇਰ। ਤਾਂ ਲੈਂਡਲੋਰਡ ਐਂਡ ਹਿਜ਼ ਵਾਈਫ ਵਰ ਅਪ ਵੈਰੀ ਅਰਲੀ। ਤਾਂ ਉਹ ਮਾਲਕ ਅਤੇ ਉਹਦੀ ਪਤਨੀ ਹੁੰਦੀ ਜਿਹੜੀ ਮਿਸਿਸ ਹਾਲ, ਉਹ ਸਵੇਰੇ ਕਾਫੀ ਜਲਦੀ ਜਾਗ ਜਾਂਦੇ ਨੇ। ਵਰ ਸਰਪ੍ਰਾਈਜ਼ ਟੂ ਸੀ ਦਾ ਸਾਇੰਟਿਸਟ ਡੋਰ ਵਾਈਡ ਓਪਨ। ਤਾਂ ਇਹ ਦੇਖ ਕੇ ਬਹੁਤ ਹੈਰਾਨ ਹੋ ਜਾਂਦੇ ਕਿ ਜਿਹੜਾ ਸਾਇੰਟਿਸਟ ਹੈ ਉਹਦਾ ਕਮਰਾ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ। ਯੂਜਲੀ ਇਟ ਵਾਜ਼ ਸ਼ਟ ਐਂਡ ਲੋਕਡ। ਅੱਛਾ, ਪਹਿਲਾਂ ਉਹ ਅਕਸਰ ਹੀ ਦਰਵਾਜ਼ਾ ਬੰਦ ਰਹਿੰਦਾ ਸੀ ਅਤੇ ਲੋਕ ਹੁੰਦਾ ਸੀ, ਅਤੇ ਅੱਜ ਉਹ ਖੁੱਲ੍ਹਿਆ ਪਿਆ ਸੀ। ਹੀ ਵਾਜ਼ ਫਿਊਰੀਅਸ ਇਫ ਐਨੀ ਵਨ ਐਂਟਰਡ ਹਿਨ। ਸੋ ਉਹ ਗੁੱਸੇ ਹੋ ਜਾਂਦਾ ਸੀ ਜੇ ਕੋਈ ਉਸਦੇ ਕਮਰੇ ਦੇ ਵਿੱਚ ਜਾਂਦਾ ਸੀ। ਦਾ ਓਪਰਚੁਨਿਟੀ ਸੀਮਡ ਟੂ ਗੁੱਡ ਟੂ ਬੀ ਮਿਸਡ। ਤਾਂ ਇਹ ਓਪਰਚੁਨਿਟੀ ਬਹੁਤ ਵਧੀਆ ਸੀ ਉਸਦੇ ਕਮਰੇ ਦੇ ਵਿੱਚ ਜਾਣ ਦੇ ਲਈ। ਦੇ ਪੀਪਡ ਅਰਾਊਂਡ ਦਾ ਡੋਰ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ। ਸਾ ਨੋਬਡੀ, ਉੱਥੇ ਕੋਈ ਨਹੀਂ ਸੀ। ਐਂਡ ਡਿਸਾਈਡ ਟੂ ਇਨਵੈਸਟੀਗੇਟ, ਅਤੇ ਇਨਵੈਸਟੀਗੇਟ ਕਰਨ ਦਾ ਡਿਸੀਜਨ ਲਿਆ। ਐਂਡ ਦਾ ਬੈੱਡ ਕਲੋਥਸ ਵਰ ਕੋਲਡ। ਜਿਹੜੇ ਬੈੱਡ ਕਲੋਥਸ, ਬੈੱਡ ਸ਼ੀਟ ਸੀਗੀਆਂ ਉਹ ਠੰਡੇ ਪਏ ਸੀ। ਐਂਡ ਸ਼ੋਇੰਗ ਦੈਟ ਦਾ ਸਾਇੰਟਿਸਟ ਮਸਟ ਹੈਵ ਬੀਨ ਅਪ ਫੋਰ ਸਮ ਟਾਈਮ। ਤਾਂ ਉਹ ਉਸ ਤੋਂ ਇਹ ਚੀਜ਼ ਸ਼ੋ ਹੋ ਗਈ ਸੀ ਕਿ ਜਿਹੜਾ ਸਾਇੰਟਿਸਟ ਹੈ ਉਹ ਕਾਫੀ ਟਾਈਮ ਤੋਂ ਬਿਸਤਰੇ ਵਿੱਚੋਂ ਨਿਕਲ ਕੇ ਜਾ ਚੁੱਕਿਆ। ਐਂਡ ਦਾ ਸਟ੍ਰੇਂਜਰ ਸਟਿਲ, ਜਿਹੜਾ ਅਣਜਾਣ ਵਿਅਕਤੀ ਸੀ। ਦਾ ਕਲੋਥਸ ਐਂਡ ਬੈਂਡੇਜ ਦੈਟ ਹੀ ਆਲਵੇਜ਼ ਵਰ ਲੀਇੰਗ ਅਬਾਊਟ ਦਾ ਰੂਮ। ਅਤੇ ਜਿਹੜੇ ਉਹ ਬੈਂਡੇਜ ਲਗਾਉਂਦਾ ਸੀ ਫੇਸ 'ਤੇ, ਕੱਪੜੇ ਪਾਉਂਦਾ ਸੀ, ਉਹ ਸਾਰੇ ਕੀ ਸੀ, ਬੈੱਡ 'ਤੇ ਖਿਲਰੇ ਪਏ ਸੀ। ਆਲ ਆਫ ਅ ਸਡਨ ਮਿਸਿਸ ਹਾਲ ਹੀਅਰਡ ਅ ਸਨਿਫ ਕਲੋਜ਼ ਟੂ ਹਰ ਹੀਅਰ। ਤਾਂ ਅਚਾਨਕ ਜਿਹੜੀ ਮਿਸਿਸ ਹਾਲ ਸੀ ਉਹਦੇ ਉਹਦੇ ਕੰਨ ਦੇ ਕੋਲ ਨਾ ਕੁਛ ਜਿਵੇਂ ਕੋਈ ਕੰਨ 'ਚ ਆਵਾਜ਼ ਬੋਲਦਾ, ਫੁੱਸ ਆਉਂਦਾ, ਤਾਂ ਉਹ ਆਵਾਜ਼ ਸੁਣਦੀ ਹੈ ਉਹਨਾਂ ਨੂੰ। ਇਹ ਮੂਵਮੈਂਟ ਲੇਟਰ ਹੀ ਹੈਡ ਦਾ ਹੈਟ ਔਨ ਦਾ ਬੈੱਡ ਸਪੋਟ ਲੀਸ ਬੈੱਡ ਪੋਸਟ ਲਿਫਟ ਅਪ ਐਂਡ ਡੈਸ਼ਡ ਇਟਸੈਲਫ ਇਨਟੂ ਹਰ ਫੇਸ। ਤਾਂ ਜਿਹੜੀ ਟੋਪੀ ਉਹਦੀ ਪਈ ਹੁੰਦੀ ਹੈ ਹੈਟ, ਉਹ ਅਚਾਨਕ ਹੀ ਉਹ ਹਵਾ ਦੇ ਵਿੱਚ ਉਛਲਦੀ ਹੈ ਅਤੇ ਫੇਸ 'ਤੇ ਆ ਕੇ ਵੱਜਦੀ ਹੈ। ਦੈਨ ਦਾ ਬੈਡਰੂਮ ਚੇਅਰ ਬਿਕਮ ਅਲਾਈਵ। ਅਤੇ ਬੈਡਰੂਮ ਦੀ ਜਿਹੜੀ ਚੇਅਰ ਹੁੰਦੀ ਹੈ ਉਹ ਵੀ ਜਿੰਦਾ ਹੋ ਜਾਂਦੀ ਹੈ। ਸਪਰਿੰਗਿੰਗ ਇਨਟੂ ਦਾ ਏਅਰ ਇਟ ਚਾਰਜਡ ਸਟ੍ਰੇਟ ਐਟ ਹਰ ਲੈਗਸ ਫੋਰਮੋਸਟ। ਤਾਂ ਜਿਹੜੀ ਉਹ ਚੇਅਰ ਹੁੰਦੀ ਹੈ ਅਚਾਨਕ ਹਵਾ ਦੇ ਵਿੱਚ ਉੱਠਦੀ ਹੈ ਅਤੇ ਮਿਸਿਸ ਹਾਲ ਦੇ ਫੇਸ ਵੱਲ ਆਉਣ ਲੱਗ ਗਈ ਹੈ। ਐਜ਼ ਸ਼ੀ ਐਂਡ ਹਰ ਹਸਬੈਂਡ ਟਰਨਡ ਅਵੇ ਇਨ ਟੈਰਰ। ਤਾਂ ਡਰ ਦੇ ਨਾਲ ਉਹ ਅਤੇ ਉਹਦਾ ਪਤੀ ਹੈ ਜਿਹੜਾ ਇੱਕ ਪਾਸੇ ਹੋ ਜਾਂਦੇ ਆ। ਦਾ ਐਕਸਟਰਾ ਆਰਡੀਨਰੀ ਚੇਅਰ ਪੁਸ਼ਡ ਦੈਮ ਬੋਥ ਆਊਟ ਆਫ ਦਾ ਰੂਮ। ਤਾਂ ਜਿਹੜੀ ਚੇਅਰ ਹੁੰਦੀ ਹੈ ਦੋਨਾਂ ਨੂੰ ਕਮਰੇ 'ਚੋਂ ਬਾਹਰ ਕੱਢ ਦਿੰਦੀ ਹੈ, ਮਿਸਿਸ ਹਾਲ ਨੂੰ ਅਤੇ ਉਹਦੇ ਪਤੀ ਨੂੰ। ਐਂਡ ਦੈਨ ਅਪੀਅਰ ਟੂ ਸਲੈਮ ਐਂਡ ਲੋਕ ਦਾ ਡੋਰ ਆਫਟਰ ਦੈਮ। ਧੱਕੇ ਨਾਲ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਅਤੇ ਅਚਾਨਕ ਹੀ ਉਹ ਦਰਵਾਜ਼ੇ ਦਾ ਜਿਹੜਾ ਲੋਕ ਹੈ ਉਹ ਬੰਦ ਕਰ ਲੈਂਦੀ ਹੈ।